ਬਚਿੰਤ ਕੌਰ ਦੀ ਕਹਾਣੀ ਹੈ ਦਿੱਲੀ ਦਾ ਖੁਦਾ। ਠੀਕ 6:50 ਉੱਤੇ ਸੁਪਰਫਾਸਟ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਬਿਆਸ ਸਟੇਸ਼ਨ ਉੱਤੇ ਪਹੁੰਚ ਗਈ ਸੀ। ਸਟੇਸ਼ਨ ਉੱਤੇ ਕੋਈ ਖਾਸ ਰੌਲਾ ਗੌਲਾ ਨਹੀਂ ਸੀ। ਵੱਧ ਤੋਂ ਵੱਧ 20-25 ਪੈਸੰਜਰ ਗੱਡੀ 'ਚ ਚੜ੍ਹੇ ਹੋਣਗੇ। ਇੱਥੇ ਗੱਡੀ ਵੀ ਸਿਰਫ 2 ਜਾਂ 3 ਮਿੰਟ ਹੀ ਰੁਕੀ ਸੀ। ਬਿਆਸ ਤੋਂ ਜਿਉਂ ਹੀ ਗੱਡੀ ਛੁਕ ਕਰਦੀ ਚੱਲਣ ਲੱਗੀ ਤਾਂ ਮੈਂ ਆਪਣੀ ਆਦਤ ਮੁਤਾਬਕ ਪਹਿਲਾਂ ਦਰਿਆ ਦੇ ਪਾਣੀਆਂ ਨੂੰ ਬੜੇ ਉਤਸ਼ਾਹ ਨਾਲ ਤੱਕਿਆ। ਫਿਰ ਗੱਡੀ ਦੇ ਦੋਵੇਂ ਤਰਫ ਲਹਿਰਾਉਂਦੇ ਹਰੇ ਭਰੇ ਖੇਤਾਂ ਉੱਤੇ ਮੇਰੀ ਨਿਗਾਹ ਦੂਰ ਦੂਰ ਤੱਕ ਭੱਜਦੀ, ਜਿਵੇਂ ਮੇਰੇ ਮਨ ਨੂੰ ਕਿਸੇ ਖਾਸ ਖੁਸ਼ਬੋਈ ਨਾਲ ਭਰਨ ਲੱਗੀ। ਅਚਾਨਕ ਮੇਰੇ ਮਨ ਦੀ ਸਤ੍ਹਾ ਉੱਪਰ ਤੈਰਦਾ ਇੱਕ ਨਗਮਾ ਮੇਰੇ ਹੋਠਾਂ ਉੱਤੇ ਮੱਲੋ ਮੱਲੀ ਆ ਗਿਆ। ਗੱਡੀ ਜਾਂਦੀ ਏ ਛਲਾਂਗਾ ਮਾਰਦੀ, ਮੈਨੂੰ ਯਾਦ ਆਏ ਮੇਰੇ ਯਾਰ ਦੀ। ਹੁਣ ਖੇਤਾਂ ਦੀ ਖੁਸ਼ਬੋਈ ਤੇ ਬਾਹਰ ਗੱਡੀ ਦੀ ਰਫ਼ਤਾਰ ਨਾਲ ਭੱਜਦੀਆਂ ਤਾਰਾਂ ਉੱਤੇ ਬੈਠੇ ਪਰਿੰਦਿਆਂ ਦੀਆਂ ਡਾਰਾਂ ਨੇ ਮੇਰੇ ਮਨ ਨੂੰ ਹੋਰ ਵੀ ਮੋਹ ਲਿਆ ਸੀ। ਮੈਂ ਭੱਜ ਕੇ ਉਸ ਕੁੜੀ ਨੂੰ ਆਪਣੀ ਹਿੱਕ ਨਾਲ ਘੁੱਟ ਲੈਣ ਲਈ ਬਹਿਬਲ ਹੋ ਉੱਠਿਆ, ਜਿਸ ਨਾਲ ਪਿਛਲੀ ਸੰਗਰਾਂਦ ਵਾਲੇ ਦਿਨ ਮੇਰੀ ਮੰਗਣੀ ਹੋਈ ਸੀ। ਅੱਜ ਮੈਂ ਵਿਆਹ ਵਿੱਚ ਸਹੁਰਿਆਂ ਵੱਲੋਂ ਦਿੱਤੇ ਜਾਣ ਵਾਲੇ ਕੱਪੜਿਆਂ ਦੀ ਖਰੀਦੋ ਫਰੋਖਤ ਲਈ ਦਿੱਲੀ ਜਾ ਰਿਹਾ ਸੀ। ਮੇਰੀ ਮੰਗੇਤਰ ਕੁੜੀ ਦੀ ਇੱਛਾ ਸੀ ਕਿ ਮੈਂ ਵਿਆਹ ਦੇ ਜੋੜੇ ਆਪਣੀ ਪਸੰਦ ਦੇ ਹੀ ਖਰੀਦਾਂ। ਮੈਂ ਆਪਣੀ ਖਿਆਲਾਂ 'ਚ ਉੱਡਿਆ ਆਪਣੀ ਮੰਗੇਤਰ ਦੇ ਨਾਲ ਗੱਲਾਂ 'ਚ ਰੁੱਝਿਆ। ਮੈਂ ਘੁੰਮੈਕ ਹੋਇਆ ਪਿਆ ਸੀ ਕਿ ਅਚਾਨਕ ਮੇਰੇ ਕੰਨਾਂ 'ਚ ਇੱਕ ਆਵਾਜ਼ ਪਈ, ਗਰਮਾ ਗਰਮ ਆਮਲੇਟ, ਵੈਜੀਟੇਬਲ, ਆਲੂ ਟਿੱਕੀ। ਮੈਨੂੰ ਭੁੱਖ ਵੀ ਲੱਗ ਚੁੱਕੀ ਸੀ, ਇਸ ਲਈ ਮੈਂ ਇੱਕ ਆਮਲੇਟ ਦਾ ਆਰਡਰ ਦੇ ਦਿੱਤਾ। ਹੁਣ ਤੱਕ ਗੱਡੀ ਜਲੰਧਰ ਸਟੇਸ਼ਨ ਪਾਰ ਕਰ ਚੁੱਕੀ ਸੀ। ਜਦੋਂ ਨਾਸ਼ਤਾ ਮੇਰੇ ਤੱਕ ਪਹੁੰਚਿਆ ਤਾਂ ਸ਼ਾਇਦ ਫਗਵਾੜਾ ਆ ਗਿਆ ਸੀ। ਮੈਂ ਆਪਣੇ ਹੱਥਾਂ 'ਚ ਫੜੇ ਅਖਬਾਰ ਨੂੰ ਆਪਣੇ ਗੋਡਿਆਂ ਉੱਤੇ ਖੋਲ੍ਹ ਕੇ ਨਾਸ਼ਤਾ ਕਰਨ ਹੀ ਲੱਗਿਆ ਸੀ ਕਿ ਮੇਰੇ ਪੈਰਾਂ ਕੋਲੋਂ ਮੈਨੂੰ ਕਿਸੇ ਨੇ ਛੋਹਿਆ। ਮੈਂ ਝੁੱਕ ਕੇ ਹੇਠਾਂ ਦੇਖਿਆ, ਇੱਕ ਛੋਟਾ ਜਿਹਾ ਲੜਕਾ ਜਿਹਦੇ ਦੋਵੇਂ ਪੈਰ ਕੁਝ ਅਜੀਬ ਤਰ੍ਹਾਂ ਵਿੰਗੇ ਟੇਢੇ ਸਨ, ਆਪਣੇ ਮੂੰਹ ਤੱਕ ਆਪਣੇ ਹੱਥ ਨੂੰ ਲਿਜਾ ਕੇ ਮੈਥੋਂ ਖਾਣ ਲਈ ਕੁਝ ਮੰਗ ਰਿਹਾ ਸੀ। ਪਹਿਲਾਂ ਤਾਂ ਮੈਂ ਨਫ਼ਰਤ ਜਿਹੀ ਨਾਲ ਉਹਨੂੰ ਝਿੜਕਿਆ, ਪਰ ਫਿਰ ਪਤਾ ਨਹੀਂ ਮੇਰੇ ਮਨ 'ਚ ਕੀ ਆਈ, ਮੈਂ ਪੂਰੇ ਦਾ ਪੂਰਾ ਨਾਸ਼ਤਾ ਉਹਨੂੰ ਫੜਾ ਦਿੱਤਾ। ਸੋਚਿਆ ਮੈਂ ਦੁਬਾਰਾ ਮੰਗਵਾ ਲਵਾਂਗਾ। ਉਹ ਵਿੰਗੇ ਟੇਢੇ ਪੈਰਾਂ ਵਾਲਾ ਮੁੰਡਾ, ਜਿਹਦੀ ਉਮਰ ਮਸਾਂ 5-6 ਸਾਲ ਹੀ ਹੋਏਗੀ, ਪਰਾਂ ਨੂੰ ਹੋ ਕੇ ਆਮਲੇਟ ਖਾਣ ਲੱਗ। ਇਹ ਸਭ ਦੇਖ ਮੇਰੇ ਨਾਲ ਸੀਟ ਉੱਤੇ ਬੈਠੇ ਇੱਕ ਭੋਲੇ ਜਿਹੇ ਪੈਸੰਜਰ ਨੇ ਮੈਨੂੰ ਸੰਬੋਧਨ ਕਰਦਿਆਂ ਕਿਹਾ, ਬੇਟੇ ਤੈਂ ਇਹ ਕੀ ਕੀਤਾ? ਪੂਰੇ ਦਾ ਪੂਰਾ ਨਾਸ਼ਤਾ ਉਹਨੂੰ ਦੇ ਦਿੱਤਾ। ਤੂੰ ਨਹੀਂ ਜਾਣਦਾ ਇਹ ਸਭ ਤਮਾਸ਼ਾ ਕੀ ਹੈ। ਮੈਂ ਉਹਦੀ ਗੱਲ ਨੂੰ ਅਣਗੌਲਿਆਂ ਕਰਦਿਆਂ ਦੁਬਾਰਾ ਨਾਸ਼ਤੇ ਲਈ ਆਰਡਰ ਕਰ ਦਿੱਤਾ। ਇੰਨੇ 'ਚ ਇੱਕ 10-11 ਸਾਲ ਦੀ ਮੜਚੂ ਜਿਹੀ ਕੁੜੀ, ਜਿਹਦੇ ਨੰਗੇ ਪੈਰਾਂ ਉੱਤੇ ਮੈਲ ਦੀਆਂ ਅਣਗਿਣਤ ਪਰਤਾਂ ਜੰਮੀਆਂ ਸਨ, ਸਾਡੇ ਸਾਹਮਣੇ ਆ ਕੇ ਉੱਚੀ ਉੱਚੀ ਇੱਕ ਫਿਲਮੀ ਗੀਤ ਗਾਉਣ ਲੱਗੀ। ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ, ਮੈਂ ਝੰਡੂ ਬਾਮ ਹੋਈ ਡਾਰਲਿੰਗ ਤੇਰੇ ਲਈ। ਇਸ ਗੀਤ ਦੇ ਨਾਲ ਉਹ ਘੁੰਮ ਘੁਮੇਰੀਆਂ ਲਾਉਂਦੀ ਨੱਚ ਵੀ ਰਹੀ ਸੀ। ਉਹਦਾ ਇਹ ਨਾਚ ਵੇਖ ਦੋਹੀਂ ਪਾਸੇ ਬੈਠੇ ਯਾਤਰੀ ਉੱਚੀ ਉੱਚੀ ਹੱਸਣ ਲੱਗੇ। ਗੀਤ ਪੂਰਾ ਹੋਣ ਪਿੱਛੋਂ ਉਹਨੇ ਆਪਣੀ ਪਾਟੀ ਜਿਹੀ ਚੁੰਨੀ ਦਾ ਪੱਲਾ ਖੈਰਾਤ ਮੰਗਣ ਲਈ ਸਾਡੇ ਸਾਰਿਆਂ ਦੇ ਅੱਗੇ ਪਸਾਰਿਆ, ਪਰ ਇੱਕ ਸੁਨੱਖੀ ਜਿਹੀ ਔਰਤ ਤੋਂ ਬਿਨਾਂ ਉਹਨੂੰ ਕਿਸੇ ਨੇ ਧੇਲਾ ਵੀ ਨਹੀਂ ਸੀ ਦਿੱਤਾ। ਹੁਣ ਉਹ ਆਪਣੀ ਝੋਲੀ 'ਚ 1 ਰੁਪਏ ਦਾ ਇੱਕੋ ਇੱਕ ਸਿੱਕਾ ਪੁਆ ਅੱਗੇ ਵੱਧ ਗਈ। ਉਹਦੇ ਪਿੱਛੇ ਹੀ ਉਹ ਵਿੰਗੇ ਟੇਢੇ ਪੈਰਾਂ ਵਾਲਾ ਮੁੰਡਾ ਵੀ ਆਪਣੇ ਆਪ ਨੂੰ ਘਸੀਟਦਾ ਉਹਦੇ ਨਾਲ ਹੋ ਗਿਆ। ਜਦੋਂ ਇਹ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਪਹੁੰਚੇ ਤਾਂ ਕੁੜੀ ਨੇ ਮੁੰਡੇ ਨੂੰ ਝਿੜਕਦਿਆਂ ਪੁੱਛਿਆ, ਤੂਨੇ ਸਾਰਾ ਨਾਸ਼ਤਾ ਅਕੇਲੇ ਹੀ ਕਿਉਂ ਖਾਇਆ? ਮੁੰਡਾ ਚੁੱਪ ਸੀ। ਹੁਣ ਉਹ ਕੁੜੀ ਇਸੇ ਡੱਬੇ ਦੇ ਅਗਲੇ ਹਿੱਸੇ 'ਚ ਜਾ ਕੇ ਆਪਣਾ ਉਹੀ ਗੀਤ ਗਾਉਣ ਲੱਗ ਪਈ, ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ, ਮੈਂ ਝੰਡੂ ਬਾਮ ਹੋਈ ਡਾਰਲਿੰਗ ਤੇਰੇ ਲਈ। 5-7 ਮਿੰਟ ਉਹ ਗਾਉਂਦੀ ਰਹੀ ਤੇ ਗੋਲ ਦਾਇਰਿਆਂ 'ਚ ਪਹਿਲਾਂ ਵਾਂਗ ਹੀ ਨੱਚਦੀ ਰਹੀ। ਫਿਰ ਉਹਨੇ ਇੱਕ ਪੈਸੰਜਰ ਅੱਗੇ ਆਪਣੀ ਚੁੰਨੀ ਦਾ ਪੱਲਾ ਅੱਡ ਕੇ ਭੀਖ ਮੰਗਣੀ ਸ਼ੁਰੂ ਕੀਤੀ, ਪਰ ਇੱਥੇ ਕਿਸੇ ਇੱਕ ਨੇ ਵੀ ਉਹਨੂੰ ਕੋਈ ਪੈਸਾ ਧੇਲਾ ਨਹੀਂ ਸੀ ਦਿੱਤਾ। ਇਹ ਸਭ ਵੇਖ ਕੇ ਮੈਂ ਆਪਣੀ ਸੀਟ ਤੋਂ ਉੱਠਿਆ ਤੇ 5 ਰੁਪਏ ਦਾ ਇੱਕ ਸਿੱਕਾ ਆਪਣੀ ਜੇਬ 'ਚੋਂ ਕੱਢ ਕੇ ਉਹਦੀ ਹਥੇਲੀ 'ਤੇ ਰੱਖ ਮੁੜ ਆਪਣੀ ਸੀਟ 'ਤੇ ਆ ਬੈਠਿਆ। ਗੱਡੀ ਹੁਣ ਤੱਕ ਸਰਹੰਦ ਸਟੇਸ਼ਨ 'ਤੇ ਪਹੁੰਚ ਚੁੱਕੀ ਸੀ। ਕਈ ਪੈਸੰਜਰ ਹੇਠਾਂ ਉਤਰੇ, ਕਿਸੇ ਨੇ ਕੇਲੇ ਖਰੀਦੇ, ਕਿਸੇ ਨੇ ਸੰਤਰੇ, ਕੋਈ ਪਾਣੀ ਪੀਣ ਲਈ ਹੇਠਾਂ ਉਤਰੇ ਸਨ। ਜਿਉਂ ਹੀ ਗੱਡੀ ਸਰਹੰਦ ਤੋਂ ਚੱਲੀ, ਹਵਾ ਦਾ ਇੱਕ ਬੁੱਲਾ ਡੱਬੇ ਦੇ ਅੰਦਰ ਆ ਕੇ ਜਿਵੇਂ ਸਾਰੇ ਯਾਤਰੀਆਂ ਨੂੰ ਰਾਹਤ ਜਿਹੀ ਦੇ ਗਿਆ। ਜੂਨ ਦਾ ਮਹੀਨਾ ਹੋਣ ਕਾਰਨ ਗਰਮੀ ਵੀ ਆਪਣੇ ਜੋਬਨ ਉੱਤੇ ਸੀ। ਮੇਰੇ ਸਾਹਮਣੇ ਵਾਲੀ ਸੀਟ ਉੱਤੇ ਬੈਠੀ ਇੱਕ ਮੁਟਿਆਰ ਦੀ ਗੋਦੀ 'ਚ ਲੇਟਿਆ 2-1.5 ਸਾਲ ਦਾ ਬੱਚਾ ਉੱਚੀ ਉੱਚੀ ਰੋ ਰਿਹਾ ਸੀ। ਉਹਦੀ ਮਾਂ ਕਦੇ ਕੇਲਾ ਛਿੱਲ ਕੇ ਉਹਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦੀ, ਕਦੇ ਸੰਤਰੇ ਦੀ ਫਾੜੀ ਦਾ ਰਸ ਉਹਦੇ ਮੂੰਹ 'ਚ ਪਾਉਂਦੀ, ਪਰ ਬੱਚਾ ਰੋਣ ਤੋਂ ਨਾ ਹੀ ਹਟਿਆ। ਹੁਣ ਸਾਡੇ ਡੱਬੇ 'ਚ 10-12 ਸਾਲ ਦੇ 2 ਗਰੀਬੜੇ ਜਿਹੇ ਮੁੰਡੇ ਚੜ੍ਹ ਆਏ। ਆਉਂਦਿਆਂ ਸਾਰ ਦੋਹਾਂ ਨੇ ਆਪਣੇ ਅਦਭੁਤ ਕਰਤੱਵ ਦਿਖਾਉਣੇ ਸ਼ੁਰੂ ਕਰਤੇ।
ਉਹਨਾਂ ਦੇ ਕਰਤੱਵ ਕਿਸੇ ਸਰਕਸ ਦੇ ਜੋਕਰਾਂ ਤੋਂ ਘੱਟ ਨਹੀਂ ਸਨ ਲੱਗ ਰਹੇ। ਫਿਰ ਇੱਕ ਜਮੂਰਾ ਬਣਿਆ। ਦੂਜਾ ਪ੍ਰਸ਼ਨ ਕਰਤਾ, बोल जमूरे, जो मैं पूछूंगा बतलाएगा? बतलाऊंगा। तुम्हारा बाप कौन? बंदर। तो तू बंदर की औलाद? हाँ। तुम्हारी माँ कौन? जो तुम्हारी माँ है। तू कौन है? मैं खुदा का बंदा। खुदा कहाँ है? खुदा कहीं भी नहीं है। खुदा है कहाँ? ਨਵੀਂ ਦਿੱਲੀ में। ਇਸ ਤਰ੍ਹਾਂ ਸਵਾਲ ਜਵਾਬ ਕਰਦਿਆਂ ਦੋਵਾਂ ਮੁੰਡਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਉਹਨਾਂ ਦੀ ਝੋਲੀ 'ਚ ਕਾਫੀ ਸਿੱਕੇ ਆ ਪਏ। ਇਹਨਾਂ ਦੋਹਾਂ ਦੇ ਅਨੋਖੇ ਕਰਤੱਵ ਦੇਖਦਿਆਂ ਦੇਖਦਿਆਂ ਸਾਡੀ ਗੱਡੀ ਅੰਬਾਲੇ ਪਹੁੰਚ ਗਈ ਸੀ। ਇੱਥੇ ਗੱਡੀ ਨੇ ਕਾਫੀ ਚਿਰ ਰੁਕਣਾ ਸੀ, ਇਸੇ ਕਰਕੇ ਇੱਕ ਵਾਰੀ ਤਾਂ ਪੂਰਾ ਡੱਬਾ ਹੀ ਖਾਲੀ ਲੱਗਣ ਲੱਗਿਆ। ਕੋਈ ਪੈਸੰਜਰ ਸਟੇਸ਼ਨ ਉੱਤੇ ਉਤਰ ਕੇ ਪਾਣੀ ਦੀ ਬੋਤਲ ਭਰ ਰਿਹਾ ਸੀ, ਕੋਈ ਕੋਕਾ ਕੋਲਾ ਪੀ ਰਿਹਾ ਸੀ, ਕੋਈ ਗਰਮਾ ਗਰਮ ਪੂਰੀ ਛੋਲੇ ਵਾਲੀ ਰੇਹੜੀ ਦੁਆਲੇ ਹੋ ਗਿਆ। ਲੱਗਦਾ ਸੀ ਇਸ ਸਟੇਸ਼ਨ ਉੱਤੇ ਆ ਕੇ ਜਿਵੇਂ ਸਾਰੇ ਪੈਸੰਜਰ ਆਪਣੀ ਆਪਣੀ ਪੇਟ ਪੂਜਾ ਕਰਦੇ ਹਨ। ਹੁਣ ਮੇਰੇ ਡੱਬੇ 'ਚ ਕੋਈ ਮਾੜਾ ਮੰਗਤਾ ਵੀ ਨਜ਼ਰ ਨਹੀਂ ਸੀ ਆ ਰਿਹਾ। ਮੈਂ ਵੀ ਆਪਣੀ ਸੀਟ ਉੱਤੇ ਅਖਬਾਰ ਰੱਖ ਕੇ ਹੇਠਾਂ ਉਤਰਦਿਆਂ ਇੱਕ ਬਿਸਲੇਰੀ ਦੇ ਪਾਣੀ ਦੀ ਬੋਤਲ ਖਰੀਦ ਕੇ ਮੁੜ ਆਪਣੀ ਸੀਟ 'ਤੇ ਆ ਬੈਠਿਆ। ਹੁਣ ਤੱਕ ਸਾਰੇ ਡੱਬੇ 'ਚ ਕੂੜਾ ਹੀ ਕੂੜਾ ਭਰ ਗਿਆ ਸੀ। ਸੰਤਰੇ ਦੇ ਛਿਲਕੇ, ਗੰਦੇ ਮੰਦੇ ਕਾਗਜ਼ ਤੇ ਅਖਬਾਰਾਂ 'ਚ ਲਪੇਟੀਆਂ ਰੋਟੀਆਂ ਵਾਲੇ ਕਾਗਜ਼ ਜੋ ਪੈਸੰਜਰਾਂ ਨੇ ਰੋਟੀ ਖਾ ਕੇ ਸੀਟਾਂ ਦੇ ਹੇਠਾਂ ਕਰ ਰੱਖੇ ਸਨ। ਸਾਰਾ ਹੀ ਡੱਬਾ ਜਿਵੇਂ ਹੁਣ ਕੂੜਾਦਾਨ ਲੱਗ ਰਿਹਾ ਸੀ। ਮੈਂ ਸੋਚ ਰਿਹਾ ਸੀ ਅੱਗੇ ਨੂੰ ਕਦੇ ਵੀ ਜਨਰਲ ਡੱਬੇ 'ਚ ਸਫ਼ਰ ਨਹੀਂ ਕਰਾਂਗਾ। ਇੱਥੇ ਤਾਂ ਦੁਨੀਆ ਭਰ ਦਾ ਕੂੜਾ ਕਰਕਟ ਭਰਿਆ ਰਹਿੰਦਾ ਹੈ। ਮੈਨੂੰ ਲੱਗਿਆ ਮਾੜੇ ਮੰਗਤੇ ਵੀ ਅਕਸਰ ਅਜਿਹੇ ਡੱਬਿਆਂ 'ਚ ਹੀ ਚੜ੍ਹਦੇ ਹੈ। ਗਰਮੀ ਨੇ ਵੀ ਜਿਵੇਂ ਅੱਜ ਹੱਦ ਹੀ ਮੁਕਾ ਦਿੱਤੀ ਸੀ। ਛੱਤ ਉੱਤੇ ਲੱਗੇ ਪੱਖੇ ਚੱਲ ਜ਼ਰੂਰ ਰਹੇ ਸਨ, ਪਰ ਉਹਨਾਂ ਦੀ ਹਵਾ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਸੀ। ਅੱਧਾ ਘੰਟਾ ਗੱਡੀ ਅੰਬਾਲੇ ਸਟੇਸ਼ਨ 'ਤੇ ਖੜ੍ਹੀ ਰਹੀ। ਸ਼ਾਇਦ ਇਸੇ ਲਈ ਹੁਣ ਇੱਕ ਨਵੀਂ ਮਾੜਚੂ ਜੀ ਕੁੜੀ ਸਾਡੇ ਡੱਬੇ 'ਚ ਆਈ ਤੇ ਹੱਥਾਂ 'ਚ ਫੜੇ ਝਾੜੂ ਨਾਲ ਸਾਡਾ ਡੱਬਾ ਸੰਭਰਨ ਲੱਗੀ। ਉਹਨੇ ਸੀਟ ਦੇ ਹੇਠਾਂ ਤੱਕ ਡੱਬੇ 'ਚੋਂ ਢੇਰ ਸਾਰਾ ਕੂੜਾ ਸੰਭਰ ਕੇ ਗੱਡੀ ਦੀ ਲਾਈਨ 'ਚ ਸੁੱਟ ਦਿੱਤਾ। ਫਿਰ ਉਹਨੇ ਡੱਬੇ 'ਚ ਬੈਠੇ ਇੱਕਾ ਦੁੱਕਾ ਯਾਤਰੀਆਂ ਕੋਲੋਂ ਭੀਖ ਮੰਗੀ, ਪਰ ਮਸਾਂ 2 ਹੀ ਯਾਤਰੀਆਂ ਨੇ ਉਹਨੂੰ ਪੈਸੇ ਦਿੱਤੇ। ਹੁਣ ਮੈਂ ਇਸ ਕੁੜੀ ਬਾਰੇ ਸੋਚੀ ਜਾ ਰਿਹਾ ਸੀ। ਉਹਨੇ ਮਿਹਨਤ ਕੀਤੀ ਸੀ। ਇਹ ਬੱਚੇ ਕਿਉਂ ਇਹੋ ਜਿਹਾ ਜੀਵਨ ਜਿਉਣ ਲਈ ਮਜਬੂਰ ਹਨ? ਮੇਰੇ ਜ਼ਿਹਨ 'ਚ ਹੁਣ ਬਹੁਤ ਸਾਰੇ ਸਵਾਲ ਉੱਗ ਆਏ ਸਨ। ਗੱਡੀ ਦਾ ਸਿਗਨਲ ਡਾਊਨ ਹੋ ਚੁੱਕਿਆ ਸੀ। ਇੰਨੇ 'ਚ ਅੱਧ-ਘੜ ਉਮਰ ਦੇ 2 ਹੋਰ ਮੰਗਤੇ ਸਾਡੇ ਡੱਬੇ 'ਚ ਚੜ੍ਹ ਆਏ, ਜਿਨ੍ਹਾਂ 'ਚੋਂ ਇੱਕ ਸੂਰਦਾਸ ਸੀ ਜੋ ਆਪਣੇ ਅੱਗੇ ਅੱਗੇ ਚੱਲਦੇ ਸੁਜਾਖੇ ਬੰਦੇ ਦਾ ਮੋਢਾ ਫੜ ਟੋ ਕੇ ਉਹਦੇ ਪਿੱਛੇ ਪਿੱਛੇ ਤੁਰ ਰਿਹਾ ਸੀ। ਇਹ ਦੋਵੇਂ ਸਿੱਧੇ ਤੌਰ 'ਤੇ ਤਾਂ ਭੀਖ ਨਹੀਂ ਸਨ ਮੰਗ ਰਹੇ, ਪਰ ਤਰਸਯੋਗ ਸ਼ਬਦਾਂ ਰਾਹੀਂ ਇੱਕ ਭਜਨਨੁਮਾ ਫਿਲਮੀ ਗੀਤ ਗਾਉਂਦੇ ਹੌਲੀ ਹੌਲੀ ਸਾਰੇ ਯਾਤਰੀਆਂ ਦੇ ਕੋਲੋਂ ਹੋ ਕੇ ਲੰਘ ਰਹੇ ਸਨ। ਐ ਮਾਲਕ ਤੇਰੇ ਬੰਦੇ ਹਮ, ਐਸੇ ਹੋ ਹਮਾਰੇ ਕਰਮ, नेकी पर चलें और बदी से टलें, ताकि हंसते हुए निकले दम, ऐ मालिक तेरे बंदम। है हनेरा घना छा रहा, तेरा इंसान घबरा रहा, है तेरी रोशनी में जो दम, तू अमावस को कर दे पूनम, नेकी पर चले और बदी से टले, ताकि हंसते हुए निकले दम, ऐ मालिक तेरे बंदे हम। ਇਹਨਾਂ ਦੋਹਾਂ ਨੇ ਭਜਨਨੁਮਾ ਗੀਤ ਕਾਫੀ ਸੁਰ 'ਚ ਗਾਇਆ ਸੀ। ਆਵਾਜ਼ ਵੀ ਕਾਫੀ ਸਾਫ਼ ਸੀ। ਹੁਣ ਜਦੋਂ ਇਹਨਾਂ ਨੇ ਯਾਤਰੀਆਂ ਮੂਹਰੇ ਆਪਣੀ ਝੋਲੀ ਅੱਡੀ ਤਾਂ ਜਿਵੇਂ ਪੈਸਿਆਂ ਦਾ ਮੀਂਹ ਵਰਨ ਲੱਗ। ਸ਼ਾਇਦ ਹੀ ਕੋਈ ਅਜਿਹਾ ਪੈਸੰਜਰ ਹੋਏਗਾ ਜਿਹਨੇ ਇਹਨਾਂ ਦੀ ਝੋਲੀ 'ਚ ਕੋਈ ਸਿੱਕਾ ਨਾ ਪਾਇਆ ਹੋ। ਇਉਂ ਲੋਕਾਂ ਦੀ ਹਮਦਰਦੀ ਬਟੋਰੇ ਦੋਵੇਂ ਅਗਲੇ ਸਟੇਸ਼ਨ ਉੱਤੇ ਸਾਡੇ ਡੱਬੇ 'ਚ ਉਤਰ ਗਏ। ਹੁਣ ਤੱਕ ਗੱਡੀ ਪਾਣੀਪਤ ਪਹੁੰਚ ਚੁੱਕੀ ਸੀ। ਕਈ ਯਾਤਰੀ ਆਪਣਾ ਆਪਣਾ ਸਮਾਨ ਸੰਭਾਲਣ ਲੱਗ ਪਏ ਸਨ। ਕਈਆਂ ਨੇ ਸਬਜ਼ੀ ਮੰਡੀ ਉਤਰਨਾ ਸੀ, ਉਹ ਵੀ ਉੱਪਰਲੇ ਫੱਟਿਆਂ ਉੱਤੇ ਪਏ ਆਪਣੇ ਬੈਗ ਆਦਿ ਹੇਠਾਂ ਉਤਾਰਨ ਲੱਗ ਪਏ ਸਨ। ਗੱਡੀ ਅੱਜ ਸਮੇਂ ਸਿਰ ਹੀ ਦਿੱਲੀ ਪਹੁੰਚ ਰਹੀ ਸੀ, ਜੋ ਅਕਸਰ ਲੇਟ ਹੋ ਜਾਂਦੀ ਹੈ ਜਾਂ ਫਿਰ ਕਿੰਨਾ ਚਿਰ ਸਬਜ਼ੀ ਮੰਡੀ ਖੜੀ ਰਹਿੰਦੀ ਹੈ। ਮੈਂ ਮਨ ਹੀ ਮਨ ਬਹੁਤ ਖੁਸ਼ ਸਾਂ। ਆਪਣੀ ਮੰਗੇਤਰ ਨੂੰ ਮਿਲਣ ਦੀ ਚਾਹ ਮੇਰੇ ਦਿਲ 'ਚ ਤੀਬਰਤਾ ਨਾਲ ਜਾਗ ਉੱਠੀ ਸੀ। ਮੈਂ ਆਪਣਾ ਬੈਗ ਹੱਥਾਂ 'ਚ ਸੰਭਾਲੀ ਗੱਡੀ ਦੇ ਨਵੀਂ ਦਿੱਲੀ ਸਟੇਸ਼ਨ ਉੱਤੇ ਰੁਕਣ ਤੋਂ ਪਹਿਲਾਂ ਹੀ ਡੱਬੇ ਦੇ ਦਰਵਾਜ਼ੇ ਕੋਲ ਆ ਖੜਾ ਹੋਇਆ। ਜਿਉਂ ਹੀ ਗੱਡੀ ਰੁਕੀ, ਛਾਲ ਮਾਰ ਕੇ ਹੇਠਾਂ ਉਤਰ ਮੈਂ ਕਾਹਲੀਆਂ ਡਿੰਗਾਂ ਭਰਦਾ ਜਲਦੀ ਪਲੈਟਫਾਰਮ ਤੋਂ ਬਾਹਰ ਸਕੂਟਰ ਸਟੈਂਡ ਦੀ ਲਾਈਨ 'ਚ ਆ ਲੱਗਿਆ। ਪਰ ਕਤਾਰ ਬਹੁਤ ਲੰਬੀ ਵੇਖ ਮੈਂ ਮਨ ਬਦਲ ਲਿਆ ਤੇ ਝੱਟ ਸਕੂਟਰ ਫੜਨ ਲਈ ਬਾਹਰ ਸੜਕ 'ਤੇ ਆ ਖੜਾ ਹੋਇਆ। ਕਈ ਸਕੂਟਰਾਂ ਵੱਲ ਇਸ਼ਾਰਾ ਕੀਤਾ, ਪਰ ਕੋਈ ਵੀ ਹਾਂ ਨਹੀਂ ਸੀ ਕਰ ਰਿਹਾ। ਇਸ ਚੱਕਰ 'ਚ ਮੈਂ ਸਟੇਸ਼ਨ ਤੋਂ ਬਾਹਰ ਕਾਫੀ ਦੂਰ ਤੱਕ ਕਨਾਟ ਪਲੇਸ ਵਾਲੀ ਸੜਕ ਤੱਕ ਆ ਗਿਆ। ਅਚਾਨਕ ਪਰਾਂ ਸੜਕ ਦੀ ਪਟੜੀ ਦੇ ਪਿੱਛੇ ਛੋਟੇ ਜਿਹੇ ਲੌਨ 'ਚ ਖੜੀ ਮੈਨੂੰ ਉਹੀ ਕੁੜੀ ਨਜ਼ਰ ਆਈ ਜੋ ਗੱਡੀ 'ਚ ਫਿਲਮੀ ਗੀਤ ਮੁੰਨੀ ਬਦਨਾਮ ਹੋਈ ਗਾ ਕੇ ਭਿੱਖ ਮੰਗ ਰਹੀ ਸੀ। ਨਾਲ ਹੀ ਉਹ ਵਿੰਗੇ ਟੇਢੇ ਪੈਰਾਂ ਵਾਲਾ ਬੱਚਾ ਉਹਦੇ ਨਾਲ ਸੀ। ਮੈਂ ਕੋਲ ਨੂੰ ਜਾਂਦਿਆਂ ਕੁੜੀ ਵੱਲ ਦੇਖਿਆ, ਪਰ ਉਹਨੇ ਮੂੰਹ ਪਰਾਂ ਨੂੰ ਕਰ ਲਿਆ। ਮੈਂ ਹੋਰ ਉਹਨਾਂ ਵੱਲ ਨੂੰ ਵਧਿਆ ਤਾਂ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ। ਉੱਥੇ ਤਾਂ ਹੋਰ ਵੀ ਕਈ ਮੈਲੇ ਕੁਚੈਲੇ ਜਿਹੇ ਬੱਚੇ ਇੱਕ ਬੁੱਢੜੀ ਦੇ ਕੋਲ ਨੂੰ ਹੋ ਕੇ ਖੜ੍ਹੇ ਸਨ।
ਇਹ ਬੁੱਢੀ ਇਹਨਾਂ ਸਾਰਿਆਂ ਤੋਂ ਭੀਖ 'ਚ ਮੰਗੇ ਪੈਸੇ ਇਕੱਠੇ ਕਰ ਰਹੀ ਸੀ। ਮੈਂ ਪਰੇਸ਼ਾਨੀ ਦੀ ਹਾਲਤ ਵਿੱਚ ਸੜਕ ਦੇ ਪਾਰ ਖਾਲੀ ਹੁੰਦੇ ਇੱਕ ਸਕੂਟਰ ਨੂੰ ਰੁਕਣ ਲਈ ਇਸ਼ਾਰਾ ਕੀਤਾ, ਜਿਸ 'ਚੋਂ ਦੋ ਅਧਖੜ ਜਿਹੇ ਪੁਰਸ਼ ਉਤਰ ਰਹੇ ਸਨ। ਇਹਨਾਂ ਦੋਹਾਂ ਨੂੰ ਚੰਗੀ ਤਰ੍ਹਾਂ ਪਛਾਣਦਿਆਂ ਮੇਰੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਖਿਸਕ ਗਈ। ਇਹ ਤਾਂ ਉਹੀ ਦੋ ਭਿਖਾਰੀ ਸਨ ਜਿਨ੍ਹਾਂ ਵਿੱਚੋਂ ਇੱਕ ਗੱਡੀ 'ਚ ਸੂਰਦਾਸ ਬਣਿਆ ਹੋਇਆ ਸੀ। ਇਹ ਦੋਵੇਂ ਛੇਤੀ ਡਿੰਗਾਂ ਭਰਦੇ ਉਸ ਬੁੱਢੀ ਕੋਲ ਪਹੁੰਚੇ ਜੋ ਓਲੇ ਜਿਹੇ 'ਚ ਖੜੀ ਥੋੜ੍ਹਾ ਚਿਰ ਪਹਿਲਾਂ ਬੱਚਿਆਂ ਕੋਲੋਂ ਭਾਣ ਇਕੱਠੀ ਕਰ ਰਹੀ ਸੀ। ਬੁੱਢੀ ਨੇ ਛੇਤੀ ਨਾਲ ਹੱਥਾਂ 'ਚ ਫੜੀ ਥੈਲੀ ਉਹਨਾਂ ਦੇ ਹਵਾਲੇ ਕੀਤੀ ਤੇ ਆਪ ਅੱਖ ਦੇ ਫੋਰ 'ਚ ਪਤਾ ਨਹੀਂ ਕਿੱਧਰ ਲੋਪ ਹੋ ਗਈ। ਇਹ ਸਭ ਦੇਖ ਮੇਰੇ ਮਨ 'ਚ ਇੱਕ ਤੂਫਾਨ ਉੱਠ ਖੜਾ ਹੋਇਆ। ਹੁਣ ਮੈਂ ਸੋਚ ਰਿਹਾ ਸੀ ਕਿ ਸਕੂਟਰ ਥਾਣੇ ਵੱਲ ਮੋੜਾਂ ਜਾਂ ਫਿਰ ਆਪਣੀ ਮੰਗੇਤਰ ਦੇ ਘਰ ਜਾਵਾਂ। ਮੇਰੀ ਸਮਝ ਕੁਛ ਨਹੀਂ ਸੀ ਆ ਰਿਹਾ। ਧੰਨਵਾਦ।